ਹੈਲੋ ਸਟੂਡੈਂਟਸ, ਤੁਹਾਡਾ ਫਿਰ ਤੋਂ ਸਵਾਗਤ ਹੈ ਆਪਣੇ YouTube ਚੈਨਲ ਮੈਥ ਫੈਕਟ ਦੇ ਵਿੱਚ, ਜਿੱਥੇ ਆਪਾਂ ਡਿਫਰੈਂਟ ਟੌਪਿਕ ਦੀ ਗੱਲ ਕਰਦੇ ਹਾਂ। ਹਰੇਕ ਬੁੱਧਵਾਰ ਤੇ ਐਤਵਾਰ ਨੂੰ ਆਪਾਂ ਵੀਡੀਓਜ਼ ਲੈ ਕੇ ਆਉਂਦੇ ਹਾਂ। ਤਾਂ ਤੁਸੀਂ ਪਹਿਲਾਂ ਵਾਲੀ ਵੀਡੀਓਜ਼ ਜ਼ਰੂਰ ਦੇਖ ਸਕਦੇ ਹੋ। ਬਹੁਤ ਇੰਪੋਰਟੈਂਟ ਟੌਪਿਕ ਆਪਾਂ ਆਲਰੇਡੀ ਸ਼ੇਅਰ ਕੀਤੇ ਹੋਏ ਨੇ। ਤੇ ਅੱਜ ਦਾ ਜੋ ਟੌਪਿਕ ਹੈ ਆਪਣਾ ਬਿਲਕੁਲ ਮੈਥਮੈਟਿਕਸ ਤੋਂ ਹਟ ਕੇ ਹੈ। ਅੱਜ ਮੈਂ ਇਹੀ ਸੋਚਿਆ ਸੀ ਕਿ ਥੋੜ੍ਹਾ ਜਿਹਾ ਇਹੋ ਜਿਹੇ ਟੌਪਿਕ ਬਣਾਈਏ ਜਿਸ ਤਰੀਕੇ ਨਾਲ ਸਾਡੀ ਜਿਹੜੀ ਸਟੱਡੀ ਹੈ ਉਹ ਕਾਫੀ ਵਧੀਆ ਬਣ ਸਕੇ, ਇੰਪਰੂਵ ਹੋ ਸਕੇ। ਤਾਂ ਇਸ ਦੇ ਵਿੱਚ ਮੈਂ ਤੁਹਾਨੂੰ ਆਪਦੇ ਲਾਈਫ ਐਕਸਪੀਰੀਅੰਸ ਬਾਰੇ ਵੀ ਦੱਸੂੰਗਾ ਕਿ ਕਿਵੇਂ ਆਪਾਂ ਸਟੱਡੀ ਕਰ ਸਕਦੇ ਹਾਂ। ਤਾਂ ਸਾਡਾ ਜੋ ਅੱਜ ਦਾ ਟੌਪਿਕ ਹੈ ਉਹ ਹੈਗਾ ਜੀ ਹਾਊ ਟੂ ਡੂ ਸਟੱਡੀ, ਯਾਨੀ ਕਿ ਅਸੀਂ ਜੋ ਆਪਦੀ ਪੜ੍ਹਾਈ ਹੈ ਉਹ ਕਿਸ ਤਰੀਕੇ ਨਾਲ ਕਰਨੀ ਹੈ। ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹੀ ਗੁਜ਼ਾਰਿਸ਼ ਕਰੂੰਗਾ ਕਿ ਤੁਸੀਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਹੈ, ਸ਼ੇਅਰ ਜ਼ਰੂਰ ਕਰਨਾ ਹੈ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਜ਼ਰੂਰ ਦਬ ਦਿਓ ਤਾਂ ਕਿ ਤੁਹਾਨੂੰ ਹਰੇਕ ਪ੍ਰਕਾਰ ਦੀ ਵੀਡੀਓ ਦੀ ਨੋਟੀਫਿਕੇਸ਼ਨ ਨਾਲ ਦੀ ਨਾਲ ਆਉਂਦੀ ਰਹੇ। ਤਾਂ ਸਟੂਡੈਂਟਸ, ਚਲੋ ਆਪਾਂ ਅੱਗੇ ਸਟਾਰਟਿੰਗ ਕਰਦੇ ਹਾਂ। ਤਾਂ ਆਪਾਂ ਇੱਕ ਐਗਜ਼ਾਮਪਲ ਲੈ ਕੇ ਚੱਲਦੇ ਹਾਂ ਕਿ ਕੋਈ ਵੀ ਬੱਚਾ ਫੋਰ ਐਗਜ਼ਾਮਪਲ ਉਹ 8th ਦੇ ਵਿੱਚ ਪੜ੍ਹ ਰਿਹਾ। ਮੈਂ ਇੱਕ 8th ਕਲਾਸ ਦੇ ਸਟੂਡੈਂਟ ਦੀ ਗੱਲ ਲੈ ਕੇ ਚੱਲਦਾ ਕਿ ਐਪਲੀਕੇਬਲ ਦੇਖੋ ਇਹ ਸਾਰਿਆਂ 'ਤੇ ਹੈ ਨਾ। ਉਸ ਤੋਂ ਬਾਅਦ ਫਿਰ ਮੈਂ ਥੋੜ੍ਹਾ ਜਿਹਾ ਤੁਹਾਨੂੰ 9th 10th ਜਾਂ ਇਸ ਤੋਂ ਆਨਵਰਡ ਜੋ ਵੀ ਆਉਣਗੇ ਵੱਡੀ ਕਲਾਸਾਂ ਦੇ ਜਾਂ ਕਾਲਜ ਸਟੂਡੈਂਟ ਦੀ ਵੀ ਗੱਲ ਦੱਸ ਸਕਦਾ। ਕਿਸੇ ਵੀ ਪ੍ਰਕਾਰ ਦੇ ਸਟੂਡੈਂਟ ਦੀ ਤੁਸੀਂ ਗੱਲ ਲਗਾ ਸਕਦੇ ਹੋ, ਪਰ ਮੈਂ ਸਭ ਤੋਂ ਪਹਿਲਾਂ ਇੱਕ 8th ਕਲਾਸ ਦੇ ਸਟੂਡੈਂਟ ਦੀ ਗੱਲ ਲੈ ਕੇ ਚੱਲਦਾ ਕਿ ਆਪਾਂ ਨੇ ਪੜ੍ਹਨਾ ਕਿਵੇਂ। ਤਾਂ ਸਟੂਡੈਂਟ, ਪਹਿਲੀ ਗੱਲ ਇਹ ਧਿਆਨ ਰੱਖੋ ਕਿ ਪੜ੍ਹਾਈ ਹੈ ਕੀ ਹੈ। ਪਹਿਲੀ ਗੱਲ ਤਾਂ ਕਿ ਆਪਾਂ ਕਿਉਂ ਪੜ੍ਹ ਰਹੇ ਹਾਂ। ਕੀ ਅਸੀਂ ਸਿਰਫ ਪਾਸ ਹੋਣਾ? ਪਹਿਲੀ ਗੱਲ ਅਸੀਂ ਤਾਂ ਇਹ ਸੋਚ ਕੇ ਚੱਲਣਾ ਹੈ ਕਿ ਅਸੀਂ ਸਿਰਫ ਪਾਸ ਹੋਣਾ, ਠੀਕ ਹੈ, ਜਾਂ ਫਿਰ ਅਸੀਂ ਕੋਈ ਕ੍ਰੀਏਟਿਵ ਬਣਨਾ, ਸਾਡੇ ਵਿੱਚ ਕ੍ਰੀਏਟੀਵਿਟੀ ਲੈ ਕੇ ਆਉਣੀ ਹੈ, ਠੀਕ ਹੈ, ਜਾਂ ਫਿਰ ਅਸੀਂ ਓਨਲੀ ਇੱਕ ਜੌਬ ਪਰਪਸ ਲਈ ਪੜ੍ਹ ਰਹੇ ਹਾਂ। ਇਹ ਕਾਫੀ ਇੰਪੋਰਟੈਂਟ ਟੌਪਿਕ ਹੁੰਦੇ ਨੇ। ਤਾਂ ਪਹਿਲੀ ਗੱਲ, ਜ਼ਿੰਦਗੀ ਦੇ ਵਿੱਚ ਕੋਈ ਵੀ ਅਗਰ ਐਜੂਕੇਸ਼ਨ ਲੈਂਦਾ ਹੈ ਤਾਂ ਓਨਲੀ ਉਹ ਪਾਸ ਹੋਣ ਵਾਸਤੇ ਨਹੀਂ ਲੈਂਦਾ। ਪਹਿਲੀ ਗੱਲ, ਅੱਜ ਦੀ ਜੋ ਸਟੱਡੀ ਹੈ ਉਹ ਕੇਵਲ ਪਾਸ ਹੋਣ ਵਾਸਤੇ ਨਹੀਂ ਹੈ। ਆਪ ਦੇ ਵਿੱਚ ਇੱਕ ਅਨੋਖੀ ਪ੍ਰਕਾਰ ਦੀ ਕ੍ਰੀਏਟੀਵਿਟੀ ਲੈ ਕੇ, ਕ੍ਰੀਏਟੀਵਿਟੀ ਦਾ ਮਤਲਬ ਹੁੰਦਾ ਕਿ ਪੜ੍ਹਦੇ ਤਾਂ ਦੇਖੋ ਆਪਾਂ ਸਾਰੇ ਹਾਂ। ਇੱਕ ਕਲਾਸ ਦੇ ਵਿੱਚ ਅਗਰ ਮੈਂ ਇੱਕ 8th ਕਲਾਸ ਦੇ ਸਟੂਡੈਂਟ ਦੀ ਗੱਲ ਲੈ ਕੇ ਚੱਲਾਂ, ਟੌਪਿਕ ਤਾਂ ਉਹ ਸਾਰੇ ਪੜ੍ਹਦਾ ਹੈਗਾ। ਸਾਇੰਸ ਪੜ੍ਹ ਲਈ, ਮੈਥ ਪੜ੍ਹ ਲਈ, ਹਿੰਦੀ, ਪੰਜਾਬੀ ਜਾਂ ਹੋਰ ਸਬਜੈਕਟ ਜੋ ਵੀ ਨੇ ਹਰੇਕ ਪੜ੍ਹਦਾ। ਪਰ ਉਹ ਆਪ ਦੇ ਵਿੱਚ ਦੂਜਿਆਂ ਨਾਲੋਂ ਡਿਫਰੈਂਟ ਕਿਵੇਂ ਲੈ ਕੇ ਆਉਂਦਾ, ਤਾਂ ਉਹ 'ਤੇ ਕ੍ਰੀਏਟੀਵਿਟੀ ਹੁੰਦੀ ਨੇ ਜਿਹੜੀ ਜਿਸ ਨਾਲ ਉਸ ਨੂੰ ਹੋਰ ਅੱਛੀ ਇੰਪਰੂਵਮੈਂਟ ਮਿਲਦੀ ਹੈ। ਤਾਂ ਜਿਵੇਂ ਜਿਵੇਂ ਅਸੀਂ ਵੱਡੀ ਕਲਾਸਾਂ ਦੇ ਵਿੱਚ ਜਾਈ ਜਾਂਦੇ ਹਾਂ ਅਤੇ ਆਪਦੇ ਜੌਬ ਦੇ ਲਈ ਰੈਡੀ ਹੋ ਜਾਂਦੇ ਹਾਂ, ਤਾਂ ਕੁਛ ਸਟੂਡੈਂਟ ਨੂੰ ਦੇਖੋ ਜੌਬ ਮਿਲਦੀ ਹੈ ਔਰ ਕੁਛ ਪਿੱਛੇ ਰਹਿ ਜਾਂਦੇ ਨੇ ਜਿਨ੍ਹਾਂ ਨੂੰ ਜੌਬ ਨਹੀਂ ਮਿਲਦੀ। ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਵੀ ਅਸੀਂ ਸਟੱਡੀ ਕਰਨੀ ਹੈ ਤਾਂ ਸਾਡੇ ਵਿੱਚ ਇੱਕ ਮਕਸਦ ਹੋਣਾ ਚਾਹੀਦਾ, ਠੀਕ ਹੈ। ਤਾਂ ਸਾਡਾ ਇੱਕ ਗੋਲ ਹੋਣਾ ਚਾਹੀਦਾ, ਸਿੱਧੀ ਜਿਹੀ ਗੱਲ ਹੈ। ਅਗਰ ਮੈਂ ਤੁਹਾਨੂੰ ਦੱਸਾਂ, ਪਹਿਲੀ ਗੱਲ ਤਾਂ ਸਾਡੀ ਇਹ ਹੈ, ਸਾਨੂੰ ਸੋਚ ਕੇ ਚੱਲਣਾ ਚਾਹੀਦਾ ਹੈ ਕਿ ਮੈਂ ਅੱਗੇ ਕਰਨਾ ਕੀ ਹੈ, ਠੀਕ ਹੈ। ਤਾਂ ਮੇਰਾ ਸਟੱਡੀ ਦਾ ਪਰਪਸ ਕੀ ਹੈ, ਸਭ ਤੋਂ ਮੇਨ ਗੱਲ ਇਹ ਹੈ, ਠੀਕ ਹੈ। ਹਾਲਾਂਕਿ ਇੱਕ ਛੋਟੇ ਜਿਹੇ ਬੱਚੇ ਵਾਸਤੇ ਇਹ ਸੋਚਣਾ ਥੋੜ੍ਹੀ ਜਿਹੀ ਇੱਕ ਪਹਾੜ ਵਰਗੀ ਗੱਲ ਹੁੰਦੀ ਹੈ ਕਿ ਉਹ 8ਵੀਂ ਦੇ ਵਿੱਚ ਹੀ ਇਹ ਸੋਚੇ ਕਿ ਮੈਂ ਅੱਗੇ ਕੀ ਕਰਨਾ ਹੈ, ਮੈਂ ਕੀ ਜੌਬ ਲੱਗਣੀ ਹੈ। ਪਰ ਅੱਜ ਕੱਲ੍ਹ ਦਾ ਜੋ ਜ਼ਮਾਨਾ ਹੈ, ਠੀਕ ਹੈ, ਉਹ ਛੋਟੇ ਛੋਟੇ ਬੱਚੇ ਜਦੋਂ ਇੱਕ ਕਿਸੇ ਗੋਲ ਨੂੰ ਪਹਿਲਾਂ ਹੀ ਆਪਦੇ ਮਾਈਂਡ ਦੇ ਵਿੱਚ ਰੱਖ ਲੈਂਦੇ ਨੇ ਨਾ, ਤਾਂ ਉਹਨੂੰ ਅਚੀਵ ਕਰਨਾ ਬੜਾ ਆਸਾਨ ਹੁੰਦਾ ਹੈ। ਔਰ ਅਗਰ ਮੈਂ ਆਪ ਦੀ ਗੱਲ ਦੱਸਾਂ ਤਾਂ ਜਦੋਂ ਮੈਂ 7th ਕਲਾਸ ਦੇ ਵਿੱਚ ਸੀ, ਠੀਕ ਹੈ, ਤਾਂ ਜਦੋਂ ਮੈਂ 7th ਕਲਾਸ ਦੇ ਵਿੱਚ ਰੀਡ ਕਰਦਾ ਸੀ, ਮਤਲਬ ਦਿੱਲੀ ਦੇ ਵਿੱਚ, ਤਾਂ ਸਾਡੇ ਉੱਥੇ ਇੱਕ ਮੈਡਮ ਨੇ ਇੱਕ ਗੱਲ ਕਹੀ ਸੀ, ਕਹਿੰਦੇ ਸਰਦਾਰ ਜੀ ਤੁਸੀਂ ਵੱਡੇ ਹੋ ਕੇ ਨਾ ਟੀਚਰ ਬਣੋਗੇ। ਤਾਂ ਮੈਂ ਇੱਕ ਉੱਥੇ ਮੋਟਿਵ ਰੱਖ ਲਿਆ ਆਪਦਾ। ਦੇਖੋ 7th ਦੇ ਵਿੱਚ ਜਦੋਂ ਕਿ ਏਜ ਹੁੰਦੀ ਹੈ 12 ਇਅਰਸ, 12 ਸਾਲ ਦੀ ਏਜ ਹੁੰਦੀ ਹੈ, ਠੀਕ ਹੈ। 8ਵੀਂ ਦੇ ਵਿੱਚ ਪੜ੍ਹਦੇ ਦੀ 13 ਜਾਂ 14 ਸਾਲ ਦੇ ਤਕਰੀਬਨ ਦੀ ਏਜ ਹੁੰਦੀ ਹੈ। ਤਾਂ ਮੈਂ ਉਦੋਂ ਪਹਿਲਾਂ ਜਦੋਂ ਆਪਦੇ ਘਰੇ ਆ ਕੇ ਦੱਸਿਆ ਕਿ ਮੈਨੂੰ ਅੱਜ ਟੀਚਰ ਨੇ, ਅੱਜ ਮੈਡਮ ਨੇ ਇਹ ਗੱਲ ਕਹੀ ਹੈ, ਤਾਂ ਘਰ ਦੇ ਕਹਿੰਦੇ ਤੂੰ ਆਪਦੇ ਮਨ ਦੇ ਵਿੱਚ ਇੱਕ ਡਿਟਰਮੀਨੇਸ਼ਨ ਕਰ ਲੈ ਕਿ ਤੂੰ ਟੀਚਰ ਹੀ ਬਣਨਾ। ਤਾਂ ਮੈਂ ਉਸੇ ਤਰੀਕੇ ਨਾਲ ਪੜ੍ਹਦਾ ਗਿਆ, ਬਿਲਕੁਲ ਟੀਚਰਾਂ ਵਾਂਗ, ਠੀਕ ਹੈ, ਬਿਲਕੁਲ ਇੱਕ ਅਲੱਗ ਕ੍ਰੀਏਟੀਵਿਟੀ ਲੈ ਕੇ ਆਉਂਦਾ ਰਿਹਾ, ਠੀਕ ਹੈ। ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਡੇ ਦੇ ਵਿੱਚ ਇੱਕ ਗੋਲ ਹੋਣਾ ਚਾਹੀਦਾ ਹੈ, ਤੁਹਾਡਾ ਇੱਕ ਸਟੱਡੀ ਦਾ ਪਰਪਸ ਹੋਣਾ ਚਾਹੀਦਾ ਕਿ ਮੈਂ ਕਿਉਂ ਪੜ੍ਹ ਰਿਹਾ। ਅਤੇ ਆਪ ਦੇ ਨਾਲ ਕੋਈ ਵੀ ਇੱਕ ਆਸੇ-ਪਾਸੇ ਕੋਈ ਵੀ ਐਗਜ਼ਾਮਪਲ ਜ਼ਰੂਰ ਲੈ ਲਿਆ ਕਰੋ, ਠੀਕ ਹੈ। ਦਿਮਾਗ ਦੇ ਵਿੱਚ ਇੱਕ ਐਗਜ਼ਾਮਪਲ ਜ਼ਰੂਰ ਲੈ ਕੇ ਆਉਣੀ ਚਾਹੀਦੀ ਹੈ ਕਿ ਮੈਂ ਕਿੱਦਾਂ ਪੜ੍ਹਨਾ ਹੈ।
ਹੁਣ ਮੈਂ ਇਸੇ ਚੀਜ਼ ਦੇ ਵਿੱਚ ਤੁਹਾਡੇ ਨਾਲ ਅੱਗੇ ਗੱਲ ਕਰੂੰਗਾ ਕਿ ਤੁਸੀਂ ਅੱਗੇ ਕਿਵੇਂ ਪੜ੍ਹਨਾ ਹੈ। ਸਭ ਤੋਂ ਪਹਿਲੀ ਗੱਲ ਹੈ ਤਾਂ ਕਹਿੰਦੇ ਹੁੰਦੇ ਨੇ ਕਿ ਇਸ ਜੋ ਆਪਾਂ ਸਟੱਡੀ ਕਰਦੇ ਹਾਂ ਨਾ, ਉਸ ਨੂੰ ਬਰਡਨ ਨਹੀਂ ਮੰਨਣਾ ਚਾਹੀਦਾ, ਉਸ ਨੂੰ ਬਰਡਨ ਨਹੀਂ ਮੰਨਣਾ ਚਾਹੀਦਾ। ਅਗਰ ਤੁਸੀਂ ਬਰਡਨ ਮੰਨ ਕੇ ਸਟੱਡੀ ਕਰਦੇ ਹੋ ਤਾਂ ਉਹ ਬਹੁਤਾ ਚਿਰ ਸਟੱਡੀ ਅੱਛੀ ਨਹੀਂ ਹੁੰਦੀ। ਇਹੀ ਕਾਰਨ ਹੁੰਦਾ ਕਿ ਕਲਾਸ ਦੇ ਵਿੱਚ ਕਿਸੇ ਬੱਚੇ ਦੇ 100 ਦੇ ਵਿੱਚੋਂ 90 95 ਨੰਬਰ ਆਉਂਦੇ ਆ, 80 85 ਨੰਬਰ ਆਉਂਦੇ ਨੇ, ਔਰ ਕਿਸੇ ਬੱਚੇ ਦੇ 50 60 ਰਹਿ ਜਾਂਦੇ ਨੇ, ਔਰ ਕਈ ਬੱਚਿਆਂ ਦੇ ਕੀ ਹੁੰਦੇ ਨੇ ਕਿ ਸਾਡੇ 40 ਦੇ ਬਿਲੋ ਰਹਿ ਜਾਂਦੇ ਨੇ। ਤਾਂ ਕਈ ਵਾਰ ਉਹ ਫੇਲ ਵੀ ਹੋ ਜਾਂਦੇ ਆ, ਰੀਪੇਅਰ ਵੀ ਆ ਜਾਂਦੀ ਹੈ, ਜਾਂ ਸਿੰਪਲ ਉਹ ਪਾਸ ਹੀ ਹੋ ਜਾਂਦੇ ਨੇ। ਠੀਕ ਹੈ, ਤਾਂ ਅਸੀਂ ਬਰਡਨ ਨਹੀਂ ਮੰਨਣਾ ਸਟੱਡੀ ਨੂੰ, ਇੱਕ ਬਿਲਕੁਲ ਆਪਣਾ ਇੱਕ ਫਰੈਂਡ ਬਣ ਕੇ ਸਟੱਡੀ ਕਰਨੀ ਹੈ। ਕਿਉਂਕਿ ਜਦੋਂ ਸਾਡੀ ਜੇ ਸਟੱਡੀ ਹੈ, ਅਗਰ ਉਹ ਸਾਡਾ ਇੱਕ ਫਰੈਂਡ ਬਣ ਗਈ, ਠੀਕ ਹੈ, ਕਿ ਸਾਡਾ ਦੋਸਤ ਬਣ ਗਈ, ਤਾਂ ਇਹ ਸਮਝ ਲਓ ਕਿ ਸਾਡਾ ਇੱਕ ਕੰਬੀਨੇਸ਼ਨ ਬਹੁਤ ਅੱਛਾ ਬਣੇਗਾ ਸਟੱਡੀ ਦਾ। ਤਾਂ ਮੈਂ ਤੁਹਾਨੂੰ 8th ਕਲਾਸ ਦੀ ਐਗਜ਼ਾਮਪਲ ਤੋਂ ਸਟਾਰਟਿੰਗ ਕੀਤੀ ਸੀ। ਤਾਂ ਸਭ ਤੋਂ ਪਹਿਲਾਂ ਮੈਂ ਇਹ ਮੰਨ ਕੇ ਚੱਲਦਾ ਕਿ ਉਹ ਬੱਚਾ ਸਵੇਰੇ 6 ਵਜੇ ਉੱਠਦਾ ਹੈ, ਮੰਨ ਕੇ ਚੱਲਦਾ ਇੱਕ ਐਗਜ਼ਾਮਪਲ। ਹਾਲਾਂਕਿ ਕਈ ਬੱਚੇ 7 ਵਜੇ ਉੱਠਦੇ ਨੇ, 8 ਵਜੇ ਸਕੂਲ ਲੱਗਦਾ, 6 ਵਜੇ ਉੱਠਦਾ ਹੈ, ਠੀਕ ਹੈ, ਔਰ ਤਕਰੀਬਨ ਉਹ 7:15 'ਤੇ ਰੈਡੀ ਹੋ ਜਾਂਦਾ ਹੈ। ਮੈਂ ਇਹ ਮੰਨ ਕੇ ਚੱਲਦਾ, ਤੇ ਚਲੋ ਮੈਂ ਮੈਕਸਿਮਮ ਇਹ ਮੰਨਦਾ ਕਿ ਉਹ 7:30 ਵਜੇ ਰੈਡੀ ਹੋ ਗਿਆ। ਔਰ ਅਗਰ ਉਹ ਕਿਸੇ ਵੈਨ 'ਤੇ ਜਾਂਦਾ ਹੈ ਤਾਂ ਹੋ ਸਕਦਾ ਉਹ 7 ਵਜੇ ਵੈਨ 'ਤੇ ਜਾਂਦਾ ਹੋਵੇ। ਤਾਂ ਆਪਦੇ ਉੱਤੇ ਬਰਡਨ ਨਹੀਂ ਲੈਣਾ ਕਿ ਮੈਂ ਸਵੇਰੇ ਕੀ ਕਰਨਾ। ਸਵੇਰੇ ਆਪਦਾ ਰੈਡੀ ਹੋ, ਨਾਸ਼ਤਾ ਵਗੈਰਾ ਕੀਤਾ, ਠੀਕ ਹੈ, ਅੱਛੇ ਪ੍ਰੋਪਰ ਵੇ ਨਾਲ ਤੁਸੀਂ ਤਿਆਰ ਹੋ ਗਏ, ਸਕੂਲ ਗਏ, ਔਰ ਤੁਸੀਂ ਫੋਰ ਐਗਜ਼ਾਮਪਲ ਸਕੂਲ ਦੀ ਤੁਹਾਡੀ ਛੁੱਟੀ ਹੁੰਦੀ ਹੈ ਮੰਨ ਕੇ ਚੱਲੋ 2 ਵਜੇ, ਔਰ ਤੁਸੀਂ ਘਰ ਪਹੁੰਚ ਗਏ 3 ਵਜੇ। ਹੁਣ ਮੈਂ ਤੁਹਾਨੂੰ ਇੱਥੇ ਇੱਕ ਸ਼ਡਿਊਲ ਦੱਸਦਾ, ਠੀਕ ਹੈ, ਕਿ ਅਸੀਂ ਸਟੱਡੀ ਕਿਵੇਂ ਕਰੀਏ। ਸਭ ਤੋਂ ਪਹਿਲੀ ਗੱਲ, ਜਦੋਂ ਤੁਸੀਂ ਸਕੂਲ ਤੋਂ ਆ ਗਏ, ਫੋਰ ਐਗਜ਼ਾਮਪਲ ਤੁਸੀਂ 3 ਵਜੇ ਆ ਜਾਂਦੇ ਹੋ, ਮੈਂ ਮੰਨ ਕੇ ਚੱਲਦਾ ਕਿ ਤੁਹਾਡਾ ਸਕੂਲ ਦੂਰ ਸੀ ਤਾਂ ਤੁਸੀਂ ਘਰੇ 3 ਵਜੇ ਪਹੁੰਚੇ ਹੋ, ਤਾਂ ਤੁਸੀਂ ਕੀ ਕਰਨਾ ਹੈ। ਸਭ ਤੋਂ ਪਹਿਲੀ ਗੱਲ ਹੈ 3 ਤੋਂ 3:30 ਤੁਸੀਂ ਜੋ ਵੀ ਆਪਦਾ ਕੁਝ ਖਾਣਾ ਪੀਣਾ ਹੈ, ਠੀਕ ਹੈ, ਕੋਈ ਵੀ ਰਿਫਰੈਸ਼ਮੈਂਟ ਲੈਣੀ ਹੈ, ਉਹ ਲੈ ਲਓ ਤੁਸੀਂ, ਕਿਉਂਕਿ ਇਹ ਬਹੁਤ ਜ਼ਰੂਰੀ ਹੁੰਦਾ। ਸਾਡੇ ਵਿੱਚ ਥਕਾਵਟ ਬਹੁਤ ਜ਼ਿਆਦਾ ਹੋਈ ਹੁੰਦੀ ਹੈ। ਕਈ ਬੱਚੇ ਕੀ ਕਰਦੇ ਨੇ, ਸਕੂਲ ਦਾ ਕੰਮ ਆ ਕੇ ਬਈ ਅਸੀਂ 2:30 ਵਜੇ ਆਏ, 3 ਵਜੇ ਆਏ, ਨਾਲ ਦੀ ਨਾਲ ਆਪਦੀ ਕਾਪੀ ਕਿਤਾਬਾਂ ਚੱਕ ਲੀਆਂ, ਨਾਲ ਦੀ ਨਾਲ ਪੜ੍ਹਨ ਲੱਗ ਗਏ। ਨਹੀਂ ਜੀ, ਅਸੀਂ ਨਹੀਂ ਇਸ ਤਰੀਕੇ ਨਾਲ ਕਰਨਾ। ਮੈਂ ਇੱਕ ਆਮ ਦਿਨਾਂ ਦੀ ਗੱਲ ਕਰ ਰਿਹਾ, ਜਦੋਂ ਸਕੂਲ ਲੱਗ ਰਹੇ ਨੇ, ਠੀਕ ਹੈ, ਤਾਂ ਅਸੀਂ ਪੜ੍ਹਨਾ ਕਿਵੇਂ। ਤਾਂ 3 ਤੋਂ 3:30 ਤੁਸੀਂ ਮੰਨ ਲਓ ਟੀ 'ਤੇ ਰਿਫਰੈਸ਼ਮੈਂਟ ਲੈ ਲਈ। ਉਸ ਤੋਂ ਬਾਅਦ 3:30 ਤੋਂ ਲੈ ਕੇ ਤੁਸੀਂ ਤਕਰੀਬਨ 4:30 ਵਜੇ ਤੱਕ ਆਪਦੀ ਨੀਂਦ ਲਓ। ਸੋਣਾ ਚਾਹੀਦਾ ਤੁਹਾਨੂੰ, ਬਹੁਤ ਜ਼ਰੂਰੀ ਹੈ, ਕਿਉਂਕਿ ਅਗਰ ਅਸੀਂ ਇੱਕ ਪ੍ਰੋਪਰ ਵੇ ਨਾਲ ਨੀਂਦ ਨਹੀਂ ਲੈਂਦੇ ਤਾਂ ਸਾਡੇ ਪੜ੍ਹਨ ਦਾ ਕੋਈ ਫਾਇਦਾ ਨਹੀਂ, ਯਾਦ ਰੱਖਿਓ, ਠੀਕ ਹੈ। ਇਸ ਤੋਂ ਬਾਅਦ ਤੁਸੀਂ 4:30 ਤੋਂ ਲੈ ਕੇ ਤਕਰੀਬਨ, ਮੈਂ ਤੁਹਾਨੂੰ ਅਗਰ 6:15 ਤੱਕ ਮੈਂ ਗੱਲ ਕਰਾਂ, ਤਾਂ ਤੁਸੀਂ ਆਪਦਾ ਕੋਈ ਵੀ ਕੰਮ ਹੈ ਜਿਹੜਾ ਲਿਖਣ ਵਾਲਾ ਕੰਮ ਹੈ, ਯਾਦ ਰੱਖਿਓ। ਮੈਂ ਕਾਫੀ ਟਾਈਮ ਤੁਸੀਂ ਟਾਈਮ ਇਸ ਦੇ ਵਿੱਚੋਂ ਵੀ ਕੱਢ ਸਕਦੇ ਸੀ ਸਵੇਰ ਵਾਲੇ ਟਾਈਮ ਤੋਂ। ਅਗਰ ਤੁਹਾਡਾ ਸਕੂਲ ਦੂਰ ਨਹੀਂ ਹੈ, ਬਿਲਕੁਲ ਨਜ਼ਦੀਕ ਹੈ, ਤਾਂ ਤੁਸੀਂ ਇਸ ਦੇ ਵਿੱਚ ਕੋਈ ਵੀ ਲਿਖਣ ਵਾਲਾ ਕੰਮ ਕਰ ਸਕਦੇ ਹੋ ਇਸ ਤਕਰੀਬਨ ਪੌਣੇ 2 ਘੰਟੇ ਦੇ ਵਿੱਚ, ਠੀਕ ਹੈ। ਲਿਖਣ ਦੇ ਵਿੱਚ ਵੀ ਇਹ ਨਹੀਂ ਹੈ ਕਿ ਤੁਸੀਂ ਲਗਾਤਾਰ ਲਿਖੀ ਗਏ, ਬਈ ਇੰਨਾ ਸਾਡੀ ਕਪੈਸਿਟੀ ਤਾਂ ਹੁੰਦੀ ਨਹੀਂ ਕਿ ਅਸੀਂ ਲਗਾਤਾਰ ਲਿਖੀ ਚੱਲੀਏ। ਤਾਂ ਹਰੇਕ 10 ਕੁ ਮਿੰਟ ਬਾਅਦ ਇੱਕ ਛੋਟਾ ਜਿਹਾ ਬ੍ਰੇਕ ਦੇਣਾ ਬਹੁਤ ਜ਼ਰੂਰੀ ਹੈ, ਠੀਕ ਹੈ। ਫੋਰ ਐਗਜ਼ਾਮਪਲ ਮੈਂ ਇਹ ਮੰਨ ਕੇ ਚੱਲਦਾ ਕਿ ਤੁਸੀਂ 8 ਵਜੇ ਤੱਕ ਆਪਦਾ ਡਿਨਰ ਕਰਕੇ ਪੂਰਾ ਫ੍ਰੀ ਹੋ ਗਏ, ਮੈਂ ਮੰਨ ਕੇ ਚੱਲਦਾ। ਔਰ ਹੁਣ ਮੈਂ ਇੱਕ ਚੀਜ਼ ਤੁਹਾਨੂੰ ਧਿਆਨ ਦੇ ਵਿੱਚ ਦੱਸਦਾ, ਕਿਉਂਕਿ ਮੈਂ ਸਕੂਲ ਦੇ ਦਿਨਾਂ ਦੀ ਗੱਲ ਕੀਤੀ ਸੀ, ਮੰਡੇ ਤੋਂ ਸਟਾਰਟ ਹੋਇਆ ਤੇ ਸੈਟਰਡੇ ਤੱਕ ਗਿਆ, ਓਕੇ। ਤਾਂ ਸਾਡੇ ਕੋਲੇ ਅਗਰ ਟੌਪਿਕ ਜਾਂ ਸਬਜੈਕਟ ਤਕਰੀਬਨ 5 ਜਾਂ 6 ਹੁੰਦੇ ਨੇ, ਠੀਕ ਹੈ, ਤਾਂ ਤੁਸੀਂ ਡੇਲੀ, ਬੇਟਾ ਯਾਦ ਰੱਖਿਓ, ਤੁਸੀਂ ਡੇਲੀ ਹਰੇਕ ਸਬਜੈਕਟ ਨੂੰ ਇੱਕ ਐਕਸਟਰਾ ਰੀਡ ਕਰਨ ਵਾਸਤੇ, ਯਾਦ ਰੱਖਿਓ, ਐਕਸਟਰਾ ਰੀਡ ਕਰਨ ਵਾਸਤੇ, ਇਹ ਬਹੁਤ ਜ਼ਰੂਰੀ ਹੈ, ਸਭ ਤੋਂ ਡਿਫਰੈਂਟ ਬਣਾਏਗੀ। ਐਟ ਲੀਸਟ ਮੈਂ ਕਹਿੰਦਾ ਤੁਸੀਂ 30 ਮਿੰਟ ਜ਼ਰੂਰ ਲੈ ਲਓ। ਐਕਸਟਰਾ ਰੀਡ ਦਾ ਮਤਲਬ ਮੇਰਾ ਕੀ ਹੈ, ਇੱਥੇ ਧਿਆਨ ਨਾਲ ਸਮਝਿਓ। ਤੁਸੀਂ ਸਾਰਾ ਕੰਮ ਨਿਬੇੜ ਲਿਆ, 8 ਵਜੇ ਫ੍ਰੀ ਹੋ ਜਾਂਦੇ ਹੋ, ਫੋਰ ਐਗਜ਼ਾਮਪਲ ਤੁਸੀਂ TV ਵੀ ਦੇਖ ਲੈਂਦੇ ਹੋ, ਰਾਤ ਨੂੰ ਤਕਰੀਬਨ ਸ਼ਾਇਦ ਤੁਸੀਂ 10 ਵਜੇ ਸੌਂਦੇ ਹੋ, ਤਾਂ ਤੁਸੀਂ ਘੱਟੋ ਘੱਟ 9:45 ਤੋਂ ਲੈ ਕੇ 10:15 ਤੱਕ ਇਸ ਦੇ ਵਿੱਚ ਕੋਈ ਮਰਜ਼ੀ ਡੇਲੀ, ਠੀਕ ਹੈ, ਹਰੇਕ ਸਬਜੈਕਟ ਨੂੰ ਤੁਸੀਂ ਇੱਕ ਰੀਡ ਦੇਣੀ ਹੈ। ਰੀਡ ਦਾ ਮਤਲਬ ਇਹ ਹੁੰਦਾ ਹੈ ਕਿ ਤੁਹਾਡਾ ਟੀਚਰ ਨੇ ਜੋ ਕੰਮ ਕਰਵਾਇਆ
उसनूं जरूर देखना है किवें करवाया, की चीज़ सी उह 'च। अगर मैथेमैटिक्स दा है तो जो क्वेश्चन करवाए ने या जो तुसीं नोटबुक दे विच कीते होए ने उन्हां नूं ध्यान नाल देखना है। अगर तुसीं हिंदी का कर रहे हो तो हिंदी का अगर कोई इन्होंने लैसन करवाया या कोई ग्रामर करवाया तो तुसीं उसनूं एक्सट्रा किसी भी तरीके नाल देख सकते हो, है ना। तो अगर मैं गल करा साइंस की गल करा, मैथेमैटिक्स की गल करा, तो तुहानूं जो काम करवाया गया है उसनूं देख सकते हो। मान लो किसी दिन तुहानूं किसी टीचर ने नहीं काम करवाया, बिजी शेड्यूल होने करके तुहाडा वो नहीं काम हुंदा, तो तुसीं खुद भी उस चैप्टर नूं पहलां तो ही अगर माड़ा जिहा पढ़ लो। अद्धा घंटा तो साडे वास्ते डेली बहुत हुंदा है। साडे मान लो मेन 7-8 सबजैक्ट ने, और अगर असी डेली, मैं गल कर रहा मंडे तो सैटरडे की, अगर डेली असी 30 मिनट भी डेली हरेक सबजैक्ट नूं दईए तो देखो ये कोई साडे ते बर्डन नहीं आऊगा। 30 मिनट कढ़ने पूरे दिन दे विच कोई बर्डन नहीं हैगा, है ना। तो साडे कोले संडे भी पिया एक, ठीक है, या फिर साडे दिन किसी दिन हॉलीडे वाला भी पिया, तो तुसीं मेरी गल फॉलो करके होंगे। संडे या हॉलीडे वाले दिन जिथे तुसीं 30 मिनट देने ने उत्थे तुसीं 1 घंटा दे दो। मेरे कहने का मतलब है, देखो पेपर हुंदे ने, बजाए कि आपां पेपर दे विच याद करन दे, ठीक है, साडे एग्जाम आ गए, मान लो एग्जाम लगातार ने या एक अद्धी छुट्टी है, बजाए कि असी उदों याद करन दे, अगर पूरे साल दे विच असी डेली 30 मिनट भी दे रहे हैं, ठीक है, और हरेक सबजैक्ट नूं टाइम दई जाने, छुट्टी वाले दिन भी देखी जाने, तो टीचर ने तो देखो करवाया ही करवाया, ठीक है, टीचर ने तो सानू काम देता, असी काम कर भी लिया, बट तुसीं आपदे वल्लों की कीता वो सब तो मायने है। तो मैं थोनू गल कही सी कि मैं आपदे लाइफ की एग्जाम्पल दूंगा, ठीक है। हुण मैं आपदे लाइफ की थोनू एग्जाम्पल दसदा जिस दे विच किसी मर्जी क्लास की लिआने। तो मैं सब तो पहला टॉपिक की गल करदा, साडे जो सबजैक्ट सी, मैं थोड़े सामने आ टॉपिक सबजैक्ट लिखते, ठीक है। इस तो अलावा होर भी सबजैक्ट होंदे ने, पर उसनूं तुसीं कोई गल नहीं है कि तुसीं उसनूं छुट्टी वाले दिन भी कवर कर सकते। तो मैं आपदी लाइफ दे विच जिहड़ा मैं अज सक्सैसफुल पूरा होया हैगा ते हजे भी होर भी होना है, मैं किवें होया सी, ਜਦੋਂ भी छुट्टियां ਹੁੰਦੀਆਂ, क्योंकि देखो मई जून ਦੇ ਵਿੱਚ हॉलीडेज़ ਹੁੰਦੀਆਂ ਨੇ, ਤਾਂ ਸਭ ਤੋਂ ਪਹਿਲਾਂ मैं ਇਹਨਾਂ ਤੇ ਕਾਬੂ ਪਾਉਂਦਾ ਸੀ, क्योंकि ਇਹਨਾਂ ਦੇ ਵਿੱਚ स्टोरीज़ ਹੁੰਦੀਆਂ ਨੇ, पोएम्स ਹੁੰਦੀਆਂ ਨੇ, है ना। ਤਾਂ कई बार ਅਸੀਂ गाइड भी ले ਲੈਂਦੇ ਹਾਂ। ये तो आप देखो किताब के विचों पढ़ सकते हैं, मान लो इसकी मैनू ट्रांसलेशन नहीं आती, मन के चलता, तो मेरे को अगर गाइड है तो गाइड के विचों मैं थ्रू ट्रांसलेशन पंजाबी दे विच या हिंदी दे विच पढ़ सकदा कि कहानी दे विच, ठीक है, तो स्टोरी दे विच या पोएम दे विच की सी। मैनू देखो ये पता लग गया जिस टाइम ये टीचर करवाएगा मैनू, ठीक है, जिस टाइम मैनू मेरे टीचर करवाउणगे तो उस टाइम मैनू ये पता होगा कि उस पोएम दे विच मैं पढ़िया सी की सी। और जो मैं इसके क्वेश्चन आंसर रीड करूँगा, ठीक है, क्वेश्चन आंसर मैं इसके रीड करूँगा तो वो मैनू याद करने दे विच बहुता टाइम नहीं लगना। तो मैं की करदा सी, स्टोरी ते पोएम नू, देखो मेरे तन्ने सबजैक्ट कदों कवर हो गए, अगर थोड़ी हॉलीडेज़ मई ते जून दे विच हुंदियां ने, और इस छुट्टियां दे विच मोस्टली असीं किते घुम्मण चले जाते हैं, है ना, रिश्तेदारी दे चले जाते हैं, तो ये 3 बुक्स तो मेरे कोले रहिंदियां सी। हुण रह गई साडे कोले 3 सबजैक्ट। हुण साडे टीचर क्योंकि डेली मैथ करांदे ने, साइंस करांदे, SS करांदे ने। हुण SS दे विच तां सानूं कोई दिक्कत नहीं आनी चाहिए, क्योंकि हिस्टरी है, जियोग्राफी है, सिविक्स है ना, असीं आराम नाल देख सकते हैं। तो इसनूं भी असीं रीड कर सकते हैं, पर इसनूं असीं क्लासरूम दे नाल रीड कर सकते, क्लास दे नाल रीड कर सकते हैं। तो अगर असीं, मैं तुहानूं अगर गल समझावां तो मैथ नूं, साइंस नूं, SS नूं, इसनूं असीं डेली अगर प्रैक्टिस करिए तो आराम नाल कर सकते हैं। साइंस का अगर मैं थोड़ा बहुता भी डेली अद्धा घंटा भी दे दां, इन्हां ते भी अद्धा घंटा दे दां, ठीक है, दिनां नूं वंड के, तो आराम नाल मेरे जिहड़े आ चीज़ां ने ये मेरे कोले कवर हो जाणगियां विदिन ईयर, यानी कि 1 साल दे विच, ठीक है, 1 साल दे विच मेरे आ 3 कवर हो गए। मैं पहले स्टोरी दे पोएम रीड कर ली सी, मेरी वो चीज़ कवर हो गई। तो मेरे कहने का मतलब ये है कि जो भी तुसी स्टडी करनी है, बोझ मन के नहीं करनी, दिमाग दे विच कोई बर्डन नहीं लैके आउणा, बड़े एक अच्छे ते अचीवमेंट वे नाल करना है, ठीक है। जो थोड़ी छुट्टियां आ गईयां, इंजॉय करो छुट्टियां दे विच, घूमो भी, रिश्तेदारां दे भी जाओ, है ना, TV भी देखो, गाने भी सुनो। मैं ये नहीं कहता ये नहीं सुनने चाहिए ने, बट सब तो मेन गल ये है कि जो थोड़े टॉपिक ने उन्होंने तोड़ दो,
कि मैं किस चीज़ ਨੂੰ ਪਹਿਲਾਂ मैं टैकल करना है। फिर ही देखो, और ਜਦੋਂ ਤੁਸੀਂ एग्जाम ਦੇ ਵਿੱਚ ਹੋਵੋਗੇ मैं ਤੁਹਾਨੂੰ ਇੱਕ ਕੰਪੇਅਰ ਕਰ ਦਿੰਦਾ, ਕੰਪੇਅਰ ਤੁਹਾਨੂੰ ਬਿਲਕੁਲ ਕਲੀਅਰ ਹੋ ਜਾਊਗਾ। ਇੱਕ ਜਿਹੜਾ ਤਾਂ ਆਰਡੀਨਰੀ ਸਟੂਡੈਂਟ ਹੁੰਦਾ ਹੈ, ਠੀਕ ਹੈ, ਤੇ ਇੱਕ ਕ੍ਰੀਏਟਿਵ ਸਟੂਡੈਂਟ ਹੁੰਦਾ ਹੈ। ਕੀ ਫਰਕ ਰਹਿ ਜਾਏਗਾ? ਤੁਸੀਂ ਆਲਮੋਸਟ 40% ਸਿਲੇਬਸ ਪਹਿਲਾਂ ਹੀ ਕਰ ਚੁੱਕੇ ਹੋਗੇ। ਦੇਖੋ 40% ਸਿਲੇਬਸ ਕਰ ਚੁੱਕੇ ਹੋਗੇ, ਔਰ ਇੱਕ ਆਰਡੀਨਰੀ ਨੇ ਕੁਝ ਵੀ ਨਹੀਂ ਕੀਤਾ ਹੋਣਾ। ਔਰ ਜਦੋਂ ਸਾਡੇ ਐਗਜ਼ਾਮ ਟਾਈਮ ਆਉਂਦੇ ਨੇ, ਪੇਪਰ ਟਾਈਮ ਦੇ ਵਿੱਚ ਕੀ ਹੁੰਦਾ ਹੈ, ਇਹ ਕੋਸ਼ਿਸ਼ ਕਰਦਾ ਹੈ 100% ਪਹੁੰਚਣ ਦੀ, ਬਟ ਇਸ ਦਾ ਤਕਰੀਬਨ ਪਹੁੰਚ ਜਾਂਦਾ ਹੈ 70 ਤੇ। ਔਰ ਕਿਉਂਕਿ ਇਸਨੇ ਆਲਰੇਡੀ 40% ਕਵਰ ਕੀਤਾ ਹੁੰਦਾ ਹੈ ਤਾਂ ਇਹ 100% ਤੇ ਪਹੁੰਚ ਜਾਂਦਾ। ਆਹ ਫਰਕ ਹੁੰਦਾ ਹੈ ਇਸ ਦੇ ਵਿੱਚ। ਦੇਖੋ ਦੋਨੇ ਇੱਕੋ ਹੀ ਕਲਾਸ ਦੇ ਵਿੱਚ ਨੇ, ਇੱਕ ਆਰਡੀਨਰੀ ਸਟੂਡੈਂਟ ਹੈ, ਇੱਕ ਆਮ ਸਟੂਡੈਂਟ ਹੈ, ਇੱਕ ਕ੍ਰੀਏਟਿਵ ਸਟੂਡੈਂਟ ਹੈ। ਔਰ ਇਹੀ ਕਾਰਨ ਹੁੰਦਾ ਕਈ ਵਾਰ ਅਸੀਂ ਕਹਿੰਦੇ ਹਾਂ ਕਿ ਬਈ ਸਾਡੇ ਨਾਲ ਵਾਲਾ ਸਾਨੂੰ ਟੀਚਰ ਤਾਂ ਦੇਖੋ ਸਾਰਿਆਂ ਨੂੰ ਇੱਕੋ ਹੀ ਪੜ੍ਹਾਉਂਦੇ ਨੇ, ਕਿਸੇ ਨੂੰ ਐਂ ਨਹੀਂ ਹੈਗਾ ਕਿ ਕਿਸੇ ਨੂੰ ਉਸ ਨੂੰ ਵੱਧ ਸਮਝਾ ਰਹੇ, ਇੱਕੋ ਕਲਾਸਰੂਮ ਦੇ ਵਿੱਚ ਉਸ ਨੂੰ ਘੱਟ ਸਮਝਾ ਰਹੇ ਨੇ। ਤਾਂ ਇਸ ਤਰੀਕੇ ਨਾਲ ਦੇਖੋ ਅਚੀਵਮੈਂਟ ਕਰਦੇ ਹਾਂ। ਇਸ ਤੋਂ ਬਾਅਦ ਇੱਕ ਚੀਜ਼ ਹੋਰ ਹੈ, ਅਗਰ ਅਸੀਂ ਹੋਰ ਸਟੱਡੀ ਨੂੰ ਵਧੀਆ ਕਰ ਸਕਦੇ ਹਾਂ ਕਿਵੇਂ, ਨਾਲ ਤੁਸੀਂ ਇੱਕ ਜੀਕੇ ਦੀ ਬੁੱਕ ਲੈ ਕੇ ਉਸ ਨੂੰ ਰੀਡ ਕਰਦੇ ਜਾਓ। ਮੈਂ ਗਾਰੰਟੀ ਦਿੰਦਾ, ਅਗਰ ਤੁਸੀਂ ਇਸ ਟਾਈਮ 9th ਕਲਾਸ ਦੇ ਵਿੱਚੋਂ ਔਰ 12th ਤੱਕ, ਕਿਉਂਕਿ 12th ਤੋਂ ਬਾਅਦ ਅਗਰ ਤੁਸੀਂ ਡੇਲੀ ਇੱਕ ਜੀਕੇ ਵੀ ਪੜ੍ਹਨ ਲੱਗ ਗਏ, ਸਿਰਫ 5 ਕੁਐਸਚਨ ਕਰ ਲਓ, ਠੀਕ ਹੈ। 5 ਕੁਐਸਚਨ ਅਗਰ ਜੀਕੇ ਦੇ, ਕਿਉਂਕਿ ਜੀਕੇ ਦੀ ਤੁਸੀਂ ਕੋਈ ਮਰਜ਼ੀ ਬੁੱਕ ਲੈ ਆ ਸਕਦੇ ਹੋ। ਇਸ ਦੇ ਬਾਰੇ ਵੀ ਮੈਂ ਤੁਹਾਨੂੰ ਕਦੇ ਤਿਆਰੀ ਕਰਵਾ ਦੂੰਗਾ ਕਿ ਕਿਵੇਂ ਅਸੀਂ ਕਰਨਾ ਹੁੰਦਾ, ਠੀਕ ਹੈ, ਜੋਬ ਵਾਸਤੇ ਕਿਵੇਂ ਅਸੀਂ ਰੈਡੀ ਹੋਣਾ ਹੁੰਦਾ। ਤਾਂ ਅਗਰ ਜੀਕੇ ਦੇ ਆਪਾਂ 5 ਕੁਐਸਚਨ ਐਕਸਟਰਾ ਦੀ ਗੱਲ ਕਰ ਰਹੇ ਹਾਂ, ਤਾਂ ਜਦੋਂ ਅਸੀਂ 12ਵੀਂ ਤੋਂ ਬਾਅਦ ਦੇ ਜਾਵਾਂਗੇ ਤਾਂ ਸਾਡਾ ਦੇਖੋ ਐਕਸੀਲੈਂਟ ਰਿਕਾਰਡ ਹੋਊਗਾ। ਔਰ ਅਗਰ ਮੈਂ ਤੁਹਾਨੂੰ ਆਪ ਦੀ ਗੱਲ ਦੱਸਾਂ ਤਾਂ ਮੈਂ 12ਵੀਂ ਤੋਂ ਬਾਅਦ, ਯਾਨੀ ਕਿ ਗ੍ਰੈਜੂਏਸ਼ਨ ਤੇ 12ਵੀਂ 3 ਸਾਲ ਨੇ ਨਾ, ਹੈ ਨਾ, 3 ਸਾਲ ਲੱਗਦੇ ਆ। ਤਾਂ ਇਹਨਾਂ 3 ਸਾਲਾਂ ਦੇ ਵਿੱਚ ਮੇਰੇ ਕੋਲੇ ਜੀਕੇ ਦੀ ਬੁੱਕ ਹੁੰਦੀ ਸੀ, ਈਟੀਟੀ ਦੀ ਬੁੱਕ ਹੁੰਦੀ ਸੀ, ਔਰ ਉਸ ਦੇ ਵਿੱਚੋਂ ਮੇਰੇ ਕੋਲੇ ਹਿਸਟਰੀ, ਜਿਓਗ੍ਰਾਫੀ, ਹਰੇਕ ਪ੍ਰਕਾਰ ਦੇ ਜਿਹੜੇ ਕੁਐਸਚਨ ਸੀ, ਪੰਜਾਬੀ ਦੇ, ਪੰਜਾਬੀ ਸੱਭਿਆਚਾਰ ਨਾਲ, ਪੰਜਾਬੀ ਦੇ ਕਵੀ, ਕਹਾਣੀਕਾਰ ਦੇ ਨਾਮ, ਉਹਨਾਂ ਦੀ ਲਿਖਤਾਂ, ਤਾਂ ਹਰੇਕ ਪ੍ਰਕਾਰ ਦਾ ਜੋ ਵੀ ਚੀਜ਼ ਸੀ, ਮੈਥਮੈਟਿਕਸ ਵੀ ਹੋਰ ਤਰੀਕੇ ਨਾਲ, ਸਾਇੰਸ ਵੀ, ਐਸਐਸਬੀ, ਜਿੰਨੇ ਵੀ ਪ੍ਰਕਾਰ ਦੇ ਕੁਐਸਚਨ ਸੀ ਦੇਖੋ ਮੈਂ ਉਹ ਰੀਡ ਕਰਦਾ ਗਿਆ। ਤਾਂ ਮੇਰੀ ਜੋ ਜੀਕੇ ਹੈ ਉਹ ਦੂਜੇ ਸਟੂਡੈਂਟ ਨਾਲੋਂ ਬਹੁਤ ਹੀ ਅੱਛੀ ਹੁੰਦੀ ਗਈ। ਔਰ ਜਦੋਂ ਮੈਂ ਕੰਪੀਟੀਸ਼ਨ ਦੇ ਵਿੱਚ ਜਾਊਂਗਾ ਜਾਂ ਕੰਪੀਟੀਸ਼ਨ ਵਿੱਚ ਗਿਆ ਤਾਂ ਡੈਫੀਨੇਟਲੀ ਮੇਰੀ ਜਿਹੜੀ ਪ੍ਰੋਡਕਟਿਵਿਟੀ ਹੈ, ਮੇਰਾ ਪਰਫਾਰਮੈਂਸ ਆ, ਉਹ ਅੱਗੇ ਨਾਲੋਂ 20 ਜਾਂ 30% ਦੂਜੇ ਆਮ ਸਟੂਡੈਂਟਸ ਨਾਲੋਂ ਕਾਫੀ ਜ਼ਿਆਦਾ ਵਧੀਆ ਹੋਏਗਾ। ਤਾਂ ਤੁਸੀਂ ਮੇਰੀ ਗੱਲ ਸਮਝ ਕੇ ਹੋਵੋਗੇ ਕਿ ਸਟੱਡੀ ਕਿਵੇਂ ਕਰਨੀ ਹੈ। ਹਾਲਾਂਕਿ ਇਹ ਟੌਪਿਕ ਬਹੁਤ ਵੱਡਾ ਹੈ, ਅਗਰ ਮੈਂ ਤੁਹਾਨੂੰ ਸਮਝਾਉਂਦਾ ਰਹਾਂ ਤਾਂ ਤਕਰੀਬਨ 1 ਘੰਟਾ ਵੀ ਚਲਾ ਜਾ ਸਕਦਾ ਹੈ। ਤਾਂ ਜਦੋਂ ਵੀ ਤੁਸੀਂ ਰੀਡ ਕਰਨਾ ਹੈ ਤਾਂ ਮੇਨ ਮੈਂ ਅਗਰ ਥੀਮ ਤੁਹਾਨੂੰ ਦੱਸਾਂ, ਬਰਡਨ ਨਹੀਂ ਲੈਣਾ, ਠੀਕ ਹੈ, ਕ੍ਰੀਏਟੀਵਿਟੀ ਲੈ ਕੇ ਆਉਣੀ ਹੈ, ਠੀਕ ਹੈ। ਆਪ ਦੇ ਇੱਕ ਟੀਚਰ ਤੋਂ, ਜਿੰਨੇ ਵੀ ਤੁਹਾਡੇ ਟੀਚਰ ਨੇ ਉਹਨਾਂ ਤੋਂ ਜਿੰਨਾ ਤੁਸੀਂ ਗਿਆਨ ਲੈ ਸਕਦੇ ਹੋ, ਠੀਕ ਹੈ, ਉਹਨਾਂ ਕੋਲੇ ਗਿਆਨ ਬਹੁਤ ਹੁੰਦਾ, ਉਹਨਾਂ ਤੋਂ ਗਿਆਨ ਜਿੰਨਾ ਖਿੱਚ ਸਕਦੇ ਹੋ ਤੁਸੀਂ ਖਿੱਚਦੇ ਜਾਓ। ਉਹਨਾਂ ਤੋਂ ਕੁਐਸਚਨ ਪੁੱਛੋ, ਇਹ ਤੁਹਾਡੇ ਦੇ ਵਿੱਚ ਕੈਪੇਬਿਲਿਟੀ ਹੋਣੀ ਚਾਹੀਦੀ ਹੈ। ਕੁਐਸਚਨ ਹਾਊ, ਕਿਵੇਂ ਹੋਇਆ, ਹੈ ਨਾ, ਕੀ, ਆਏ ਨਹੀਂ ਕਿ ਆਪਦੇ ਟੀਚਰ ਤੋਂ ਵੈਸੇ ਹੀ ਕੁਐਸਚਨ ਪੁੱਛਦੇ ਰਹੋ। ਉਹਨਾਂ ਤੋਂ ਕੁਐਸਚਨ ਪੁੱਛੋ ਕਿ ਸਰ ਆਹ ਕਿਵੇਂ ਹੋਇਆ, ਕਿੱਦਾਂ ਇਹ ਆਇਆ। ਜਦੋਂ ਤੁਸੀਂ ਕੁਐਸਚਨ ਪੁੱਛਦੇ ਜਾਓਗੇ ਤਾਂ ਡੈਫੀਨੇਟਲੀ ਤੁਹਾਡੇ ਦਿਮਾਗ ਦੇ ਵਿੱਚ ਬੜੇ ਗ੍ਰੇਟ ਆਈਡੀਆਜ਼ ਆਉਣਗੇ, ਤੁਹਾਡੇ ਕਨਸੈਪਟ ਕਲੀਅਰ ਹੋਣਗੇ ਕਿਸੇ ਮਰਜ਼ੀ ਦੇ ਵਿੱਚ, ਹੈ ਨਾ। ਅੱਜ ਤੱਕ ਤੁਸੀਂ ਕਦੇ ਪੁੱਛਿਆ ਕਿ ਅਸੀਂ ਜਦੋਂ ਕੋਈ ਕਹਾਣੀਕਾਰ ਕਹਾਣੀ ਲਿਖਦਾ ਸਰ ਉਹ ਕਿਵੇਂ ਲਿਖ ਦਿੰਦਾ? ਬਈ ਆਪਾਂ ਤਾਂ ਕਹਾਣੀ ਕਦੇ ਸੋਚੀ ਨਹੀਂ ਕਿਵੇਂ ਲਿਖਣੀ ਹੈ, ਉਹ ਕਿਵੇਂ ਲਿਖ ਦਿੰਦੇ ਨੇ। ਤਾਂ ਆਪਦੇ ਟੀਚਰਾਂ ਨੂੰ ਪੁੱਛੋ, ਭਾਵੇਂ ਕੋਈ ਮਰਜ਼ੀ ਪੋਇਮ ਦੀ ਗੱਲ ਹੈ, ਭਾਵੇਂ ਕੋਈ ਮੈਥਮੈਟਿਕਸ ਦੀ ਗੱਲ ਹੈ, ਕਿ ਇਹ ਕਿੱਥੋਂ ਆਇਆ, ਕਿਵੇਂ ਫਾਈਂਡ ਆਊਟ ਕੀਤਾ, ਕਿਉਂ ਬਣਿਆ ਮੈਥ, ਕਾਹਦੇ ਵਾਸਤੇ ਹੈ, ਸਾਇੰਸ ਕਿਉਂ ਬਣਿਆ, ਕਿਉਂ ਅਸੀਂ, ਠੀਕ ਹੈ, ਮੈਥਮੈਟਿਕਸ ਨੂੰ ਇਹ ਕਹਿੰਦੇ ਆ ਕਿ ਮੈਥਮੈਟਿਕਸ ਇਜ਼ ਦਾ ਮਦਰ ਆਫ ਆਲ ਸਾਇੰਸ, ਕਿਉਂ ਕਹਿੰਦੇ ਆ। ਤਾਂ ਮੇਰੀ ਗੱਲ ਤੁਸੀਂ ਫੋਲੋ ਕਰ ਗਏ ਹੋਵੋਗੇ। ਮੇਰੇ ਕਹਿਣ ਦਾ ਮਤਲਬ ਹੈ ਕਿ ਜਦੋਂ ਤੁਹਾਡੇ ਮਨ ਦੇ ਵਿੱਚ ਸਵਾਲ ਆਉਣਗੇ, ਇੱਕ ਆਮ ਸਟੂਡੈਂਟ ਨਾਲੋਂ ਇਹ ਕੁਐਸਚਨ ਆਉਣਗੇ, ਤਾਂ ਡੈਫੀਨੇਟਲੀ ਤੁਸੀਂ ਤਾਂ ਬਹੁਤ ਅੱਗੇ ਵਧੋਗੇ। ਤਾਂ ਤੁਸੀਂ ਮੇਰੀ ਗੱਲ ਸਮਝ ਗਏ ਹੋਵੋਗੇ ਕਿ ਅਸੀਂ ਪੜ੍ਹਨਾ ਕਿਵੇਂ ਹੈ, ਠੀਕ ਹੈ। ਪਹਿਲੀ ਗੱਲ, ਆਪ ਦਾ ਇੱਕ ਮਨ ਬਣਾ ਕੇ ਚੱਲੋ ਕਿ ਮੈਂ ਪੜ੍ਹਨਾ ਹੈ, ਮੈਂ ਪੂਰਾ ਇੱਕ ਅਚੀਵਮੈਂਟ ਲੈਣੀ ਹੈ, ਮੈਂ ਪੇਰੈਂਟਸ ਦਾ ਨਾਮ ਰੌਸ਼ਨ ਕਰਨਾ ਹੈ, ਠੀਕ ਹੈ, ਮੈਂ ਜੌਬ ਲੈਣੀ ਹੈ, ਜਾਂ ਮੈਂ ਆਪਦਾ ਇੱਕ ਕਿੱਤਾ ਕੰਮ ਕਰਕੇ ਰੱਖਣਾ ਹੈ, ਤਾਂ ਬਹੁਤ ਅੱਛਾ ਕਰਨਾ ਹੈ। ਤਾਂ ਮੇਰੀ ਗੱਲ ਸਮਝ ਗਏ ਹੋਣਗੇ। ਤਾਂ ਬੇਟਾ ਆਪਣੇ ਕੋਲੇ ਹੁਣ ਵੀਡੀਓ ਬਹੁਤ ਲੰਬੀ ਜਾ ਰਹੀ ਹੈ, ਤਕਰੀਬਨ 20 ਮਿੰਟ ਦੀ ਹੋ ਚੁੱਕੀ ਹੈ। ਤਾਂ ਮੈਂ ਇਸ ਟੌਪਿਕ ਨੂੰ ਹਜੇ ਇੱਥੇ ਹੀ ਖ਼ਤਮ ਕਰਦਾ। ਤਾਂ ਦੇਖੋ ਮੈਂ ਤੁਹਾਡੇ ਵਾਸਤੇ ਬਹੁਤ ਹੀ ਅੱਛੇ ਟੌਪਿਕ 'ਤੇ ਵੀਡੀਓ ਲੈ ਕੇ ਆਇਆ। ਇਸ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ ਚੈਨਲ ਨੂੰ, ਅਤੇ ਅੱਗੇ ਵੀ ਸ਼ੇਅਰ ਕਰਦੇ ਰਹੋ ਆਪਦੇ ਫਰੈਂਡ ਅਤੇ ਰਿਲੇਟਿਵ ਦੇ ਵਿੱਚ। ਅਤੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਮੈਨੂੰ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਇਹ ਕਿਵੇਂ ਲੱਗ ਰਹੇ ਨੇ ਟੌਪਿਕ, ਕਿਵੇਂ
ਤੁਹਾਡੇ ਲਾਈਫ ਦੇ ਨੂੰ ਕਿਵੇਂ ਚੇਂਜ ਕਰ ਸਕਦੇ ਨੇ, ਹੈ ਨਾ। ਅਤੇ ਅੱਗੇ ਆਪਾਂ ਕਿਹਦੇ ਸੰਬੰਧ ਦੇ ਵਿੱਚ ਇਸੇ ਤਰੀਕੇ ਨਾਲ ਆਪਾਂ ਕਿਹੜੀ ਇੱਕ ਡਿਫਰੈਂਟ ਵੀਡੀਓ ਲੈ ਕੇ ਆ ਸਕਦੇ ਹਾਂ, ਉਸ ਦੇ ਬਾਰੇ ਵੀ ਤੁਸੀਂ ਕਮੈਂਟ ਕਰਿਆ ਕਰੋ। ਬਾਕੀ ਨੈਕਸਟ ਸੰਡੇ ਨੂੰ ਮੈਂ ਜ਼ਰੂਰ ਮੈਥੇਮੈਟਿਕਸ ਦੇ ਅਗਲੇ ਟੌਪਿਕ ਦੇ ਲੈ ਕੇ ਆਊਂਗਾ ਉਸ ਦੀ ਵੀਡੀਓ। ਤਾਂ ਤੁਸੀਂ ਇਸੇ ਤਰੀਕੇ ਨਾਲ ਬਣੇ ਰਹੋ। ਤਦ ਵਾਸਤੇ ਬਾਏ ਬਾਏ।